ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਾਨ ਪਰਸ ਪਦ ਪੰਕਜੰ। ਪਾਕੇ ਸੁਧ ਮੰਗਵਾਈ। ਪਾਕ ਸਾਲ ਮੈਂ ਲੇ ਗਇਓ। ਪ੍ਰੇਮ ਵਦਿਤ ਅਧਿਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ। ਤੌਲੋ ਹੀ ਇਹ ਧੀਰਜ ਪਮਾਨ ਕੇ ਬਸੇਰੋ ਕੀਨ। ਜੌਲੋ ਮਿਰਗ ਨੈਣੀ ਨਾ ਕਟਾਛ ਬਾਨ ਮਾਰਿਓ ਹੈ। ਤੌਲੋ ਤਮ ਤੋਮ ਹੈ ਕਨੇਰੋ ਨੀਚ ਜਗ ਬਿਖ ਹੈ। ਜੌਲੋ ਮਾਰ ਤੰਡ ਨਾ ਪ੍ਰਕਾਸ਼ ਕੋ ਬਿਥਾਰਿਓ ਹੈ। ਤੌਲੋ ਦੀਨ ਦਾਰਦ ਸੋ ਦੀਨਤਾ ਦਿਖਾਈ ਦੇਤ। ਜੌਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ। ਤੌਲੋ ਹੀਏ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ। ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ। ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਰੱਬੀ ਬਾਣੀ ਦੇ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਆਪ ਜੀ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਰਾਏ ਬੁਲਾਰ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਆਏ ਹਨ। ਬੜੇ ਪ੍ਰੇਮ ਭਾਵ ਨਾਲ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਰਾਏ ਜੀ ਨੇ ਕੀਤੇ ਨੇ। ਭਾਵਨਾ ਪ੍ਰਗਟ ਕੀਤੀ, ਮਹਾਰਾਜ ਮੈਂ ਤੁਹਾਡੇ ਚਰਨ ਪਰਸਣਾ ਚਾਹੁੰਦਾ, ਚਰਨਾਂ ਦੀ ਪੂਜਾ ਕਰਨਾ ਚਾਹੁੰਦਾ। ਸਤਿਗੁਰਾਂ ਆਖਿਆ ਰਾਏ ਜੀ ਜਿਵੇਂ ਆਪ ਜੀ ਦੀ ਇੱਛਾ ਤਿਵੇਂ ਕਰੋ। ਇੱਕ ਲਾਂਗਰੀ ਨੂੰ ਸੱਦ ਕੇ ਰਾਏ ਬੁਲਾਰ ਨੇ ਹੁਕਮ ਕੀਤਾ, ਸਾਫ਼ ਸਵੱਛ ਕੱਪੜੇ ਪਹਿਨ ਕੇ ਇਸ਼ਨਾਨ ਪਾਨ ਕਰਕੇ ਮੇਰੇ ਸਾਹਿਬ ਜੀ ਆਏ ਨੇ, ਤਿਨਾਂ ਲਈ ਭੋਜਨ ਤਿਆਰ ਕਰ। ਸਤਿਗੁਰੂ ਜੀ ਨੂੰ ਪਲੰਘੇ ਤੇ ਬਿਠਾ ਕੇ ਆਪ ਥੱਲੇ ਪੁੰਜਿਆਂ ਬਹਿ ਕੇ ਰਾਏ ਬੁਲਾਰ ਨੇ ਸਤਿਗੁਰਾਂ ਦੇ ਚਰਨ ਧੋਏ ਹਨ।
ਗੁਰਦੇਵ ਦੇ ਚਰਨ ਧੋ ਕੇ ਉਹ ਜਲ ਛਕਿਆ ਹੈ, ਨੇਤਰਾਂ ਵਿੱਚ ਪਾਇਆ, ਕੇਸਾਂ ਵਿੱਚ ਪਾਇਆ ਹੈ, ਔਰ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਗੁਰਦੇਵ ਦੇ ਚਰਨ ਪੂਜੇ ਹਨ। ਇੱਧਰ ਲਾਂਗਰੀ ਨੇ ਅਨੇਕ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਨੇ, ਅਨੇਕ ਪ੍ਰਕਾਰ ਦੀਆਂ ਸਬਜ਼ੀਆਂ, ਭਾਜੀਆਂ, ਤਰਕਾਰੀਆਂ ਬਣਾਈਆਂ ਨੇ, ਚਾਵਲ ਕਈ ਪ੍ਰਕਾਰ ਦੇ ਬਣੇ ਨੇ, ਪਕਵਾਨ ਕਈ ਤਰ੍ਹਾਂ ਦੇ ਬਣੇ ਨੇ। ਸਤਿਗੁਰੂ ਜੀ ਨੂੰ ਬਿਠਾ ਕੇ ਬੜੇ ਅਦਬ ਸਤਿਕਾਰ ਨਾਲ ਰਾਏ ਬੁਲਾਰ ਜੀ ਭੋਜਨ ਛਕਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਰਾਏ ਬੁਲਾਰ ਜੀ ਦੀ ਭਾਵਨਾ ਸਤਿਗੁਰੂ ਜੀ ਵੇਖਦੇ ਐ, ਆਪਣੇ ਮੁਖਾਰ ਬਿੰਦ 'ਚੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਦੇਵ ਦੀ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਾਨ ਪਰਸ ਪਦ ਪੰਕਜੰ ਪਾਕੇ ਸੁਧ ਮੰਗਵਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥ ਧੁਆਏ, ਪਾਨ ਪਰਸ, ਫਿਰ ਮਹਾਰਾਜ ਜੀ ਦੇ ਚਰਨ ਪਰਸੇ। ਚਰਨ ਪਰਸਣ ਤੋਂ ਬਾਅਦ ਹੁਕਮ ਕੀਤਾ ਲਾਂਗਰੀ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਈ ਪਕਵਾਨ ਬਣ ਗਿਆ ਕਿ ਨਹੀਂ, ਇਹ ਖਬਰ ਮੰਗਵਾਈ। ਪਾਕ ਸਾਲ ਮੈਂ ਲੈ ਗਿਓ ਪ੍ਰੇਮ ਵਦਿਤ ਅਧਿਕਾਏ। ਰਾਏ ਬੁਲਾਰ ਜੀ ਨੇ ਬੇਨਤੀ ਕੀਤੀ, ਮਹਾਰਾਜ ਜਿੱਥੇ ਭੋਜਨ ਛਕਣ ਦੀ ਵਿਵਸਥਾ ਸੀ ਬੈਠਣ ਦੀ, ਉੱਥੇ ਸਤਿਗੁਰਾਂ ਨੂੰ ਬੇਨਤੀ ਕਰਕੇ ਰਾਏ ਬੁਲਾਰ ਜੀ ਲੈ ਕੇ ਗਏ। ਗਰੀਬ ਨਵਾਜ ਜੀ ਦੇ ਪ੍ਰਤੀ ਰਾਏ ਬੁਲਾਰ ਦੇ ਮਨ ਵਿੱਚ ਬਹੁਤ ਜ਼ਿਆਦਾ ਅਦਕ ਪ੍ਰੇਮ ਭਾਵ ਭਰਿਆ ਹੋਇਆ ਹੈ। ਚੋਪਈ ਨਿਜ ਹਦੂਰ ਬੈਸਾਏ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਨੇ ਰਾਏ ਬੁਲਾਰ ਨੇ ਸਤਿਗੁਰੂ ਜੀ ਨੂੰ ਆਪਣੇ ਸਨਮੁਖ ਬਿਠਾਇਆ ਹੈ। ਦਿਜਸੋਂ ਬਚਨ ਭਨੇ ਤੈ ਕਾਲਾ। ਉਹ ਜਿਹੜਾ ਲਾਂਗਰੀ ਸੀ, ਬ੍ਰਾਹਮਣ ਸੀ ਜਾਤੀ ਦਾ, ਉਹਨੂੰ ਰਾਏ ਬੁਲਾਰ ਨੇ ਹੁਕਮ ਕੀਤਾ, ਰੁਚ ਅਨੁਸਾਰੇ ਦਿਓ ਆਹਾਰਾ। ਆਖਿਆ ਜਿਵੇਂ ਸਤਿਗੁਰਾਂ ਦੀ ਰੁਚੀ ਹੋਵੇ, ਮਹਾਰਾਜ ਜੀ ਦੀ ਇੱਛਾ ਹੋਵੇ, ਸਤਿਗੁਰਾਂ ਦੀ ਇੱਛਾ ਦੇ ਅਨੁਸਾਰ ਮਹਾਰਾਜ ਜੀ ਨੂੰ ਭੋਜਨ ਵਰਤਾ। ਪਾਤਰ ਧਰ ਕਰ ਵਿਵਿਧ ਪ੍ਰਕਾਰਾ। ਕਈ ਪ੍ਰਕਾਰ ਦੇ ਪਾਤਰ, ਭਾਂਡੇ ਜਿਹੜੇ ਨੇ ਉਹ ਸਤਿਗੁਰਾਂ ਦੇ ਸਨਮੁਖ ਰੱਖੇ ਹਨ। ਪੂਰਬ ਮధుਰ ਪਰੋਸ ਆਹਾਰੂ। ਸਤਿਗੁਰਾਂ ਦੇ ਸਨਮੁਖ ਸਭ ਤੋਂ ਪਹਿਲਾਂ ਮਿੱਠਾ ਭੋਜਨ, ਕੋਈ ਪਕਵਾਨ ਬਣਿਆ ਹੋਇਆ ਮਿੱਠਾ ਉਹ ਵਰਤਾਇਆ ਹੈ। ਪੀਛੇ ਤੇ ਤੁਰਸ਼ੰ ਲਵਨਾਰੂ। ਪਹਿਲਾਂ ਮਿੱਠਾ ਵਰਤਾ ਕੇ ਫਿਰ ਬਾਅਦ ਵਿੱਚ ਖੱਟੇ ਕੁਝ ਪਦਾਰਥ ਬਣੇ ਹੋਏ, ਲੂਣੇ ਸਲੂਣੇ ਬਣੇ ਹੋਏ ਉਹ ਵਰਤਾਏ ਹਨ। ਚਰਪਰੇ ਪਦਾਰਥ ਵਰਤਾਏ ਹਨ। ਰੁਚ ਸੋ ਅਸਨ ਅਚੇਂਗੇ ਜਬਈ। ਰਾਏ ਬੁਲਾਰ ਜੀ ਦੇ ਮਨ 'ਚ ਭਾਵਨਾ ਹੈ ਕਿ ਜਦੋਂ ਸਤਿਗੁਰੂ ਜੀ ਰੁਚੀ ਨਾਲ, ਪ੍ਰੇਮ ਨਾਲ ਭੋਜਨ ਛਕਣਗੇ, ਜਨਮ ਕਿਰਤਾਰਥ ਹੋਵੇ ਮਮ ਤਬਈ। ਮੇਰਾ ਉਸੇ ਵੇਲੇ ਜਨਮ ਕਿਰਤਾਰਥ ਹੋ ਜਾਏਗਾ, ਮੇਰੀ ਜ਼ਿੰਦਗੀ ਸਕਾਰਥੀ ਤੇ ਧਨ ਹੋ ਜਾਵੇਗੀ ਜਦੋਂ ਸਤਿਗੁਰੂ ਜੀ ਰੁਚੀ ਨਾਲ ਭੋਜਨ ਛਕਣਗੇ। ਸੁਨੇ ਰਾਏ ਕੇ ਬੈਨ ਉਦਾਰਾ। ਉਦਾਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਰਾਏ ਬੁਲਾਰ ਦੀ ਬੇਨਤੀ ਸੁਣੀ। ਸੁਖ ਸਾਗਰ ਮੁਖ ਬਚਨੀ ਉਚਾਰਾ। ਸੁੱਖਾਂ ਦੇ ਸਾਗਰ, ਸੁੱਖਾਂ ਦੇ ਸਮੁੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁਖੋਂ ਬਚਨ ਉਚਾਰਨ ਕੀਤੇ। ਭੋਜਨ ਕੀ ਬਿਦ ਦੀਨ ਬਤਾਈ। ਗਰੀਬ ਨਵਾਜ ਸਾਹਿਬ ਜੀ ਨੇ ਭੋਜਨ ਦੀ ਜਿਹੜੀ ਵਿਧੀ ਸੀ, ਭੋਜਨ ਦਾ ਜਿਹੜਾ ਅਧਿਆਤਮਕ ਪ੍ਰਕਾਰ ਹੈ, ਉਹ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ ਹੈ। ਜੈ ਤੇ ਸ਼ੁਭ ਪਦਵੀ ਨਰ ਪਾਈ। ਇਹੋ ਜਿਹਾ ਭੋਜਨ, ਜਿਸ ਭੋਜਨ ਨੂੰ ਛਕ ਕੇ ਜੀਵ ਨੂੰ ਸ਼ੁਭ ਪਦਵੀ ਪ੍ਰਾਪਤ ਹੁੰਦੀ, ਐਸਾ ਸੱਚਾ ਭੋਜਨ, ਜਿਸ ਭੋਜਨ ਨੂੰ ਖਾਣ ਤੋਂ ਬਾਅਦ, ਛਕਣ ਤੋਂ ਬਾਅਦ ਜੀਵ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ,
ਉਹ ਭੋਜਨ ਦਾ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹੈ। ਮਾਰੂ ਮਹੱਲਾ ਪਹਿਲਾ। ਮਿੱਠਾ ਮਰਮ ਸਲੂਣਾ ਸੰਜਮ, ਖੱਟਾ ਖਰਾ ਗਿਆਨ। ਮਾਰੂ ਰਾਗ ਵਿੱਚ ਸ਼ਬਦ ਉਚਾਰਿਆ, ਪਰ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਜਨਮ ਸਾਖੀਆਂ ਵਿੱਚ ਇਹ ਸ਼ਬਦ ਆਉਂਦਾ ਹੈ। ਮਹਾਰਾਜ ਜੀ ਕਹਿੰਦੇ, ਰਾਏ ਬੁਲਾਰ, ਮਿੱਠੇ ਪਦਾਰਥ ਇਹ ਨੇ ਕਿ ਆਪਣੇ ਮਰਮ ਨੂੰ ਬੁੱਝਣਾ। ਮਿੱਠਾ ਮਰਮ, ਮਰਮ ਦਾ ਕੀ ਮਤਲਬ ਹੁੰਦਾ ਹੈ? ਮਰਮ ਦਾ ਮਤਲਬ ਹੁੰਦਾ ਰਹੱਸ, ਭੇਦ। ਆਪਣੇ ਮਰਮ ਨੂੰ ਬੁੱਝਣਾ, ਆਪਣੇ ਰਹੱਸ ਨੂੰ ਬੁੱਝਣਾ ਕਿ ਮੇਰਾ ਰਹੱਸ ਕੀ ਹੈ, ਮੇਰਾ ਮਰਮ ਕੀ ਹੈ। ਬਸੰਤ ਕੀ ਵਾਰ ਦੀ ਪੌੜੀ ਰੋਜ਼ ਆਪ ਜੀ ਸਰਵਣ ਕਰਦੇ ਹੋ ਨਾ। ਕੱਲ ਤੋਂ ਪ੍ਰਾਰੰਭ ਹੋਇਆ ਰਾਗ ਬਸੰਤ। ਕਿੱਥੋਂ ਉਪਜਾ ਕਹਿ ਰਹਿ, ਕਹਿ ਮਾਹੇ ਸਮਾਵੈ। ਇਹ ਹੈ ਮਰਮ, ਕਿੱਥੋਂ ਪੈਦਾ ਹੋਏ ਆ, ਸਾਡਾ ਸਵਰੂਪ ਕੀ ਹੈ, ਕਿੱਥੇ ਸਮਾਣਾ, ਕਿੱਥੇ ਰਹਿ ਰਹੇ ਹਾਂ। ਇਸ ਮਰਮ ਨੂੰ ਬੁੱਝਣਾ, ਇਹ ਹੈ ਮਿੱਠੇ ਪਦਾਰਥ। ਜਿਵੇਂ ਮਿੱਠੇ ਪਕਵਾਨ ਹੁੰਦੇ ਆ, ਕਹਿੰਦੇ ਆਪਣੇ ਮਰਮ ਨੂੰ ਬੁੱਝਣਾ ਇਹ ਮਿੱਠੇ ਪਕਵਾਨ ਨੇ। ਸਲੂਣਾ ਸੰਜਮ, ਸੰਜਮ ਰੱਖਣਾ, ਬੋਲਣ ਦਾ ਸੰਜਮ, ਵੇਖਣ ਦਾ ਸੰਜਮ, ਸੁਣਨ ਦਾ ਸੰਜਮ, ਖਾਣ ਦਾ ਸੰਜਮ, ਸਰੀਰ ਤੇ ਬਸਤਰ ਪਹਿਨਣ ਦਾ ਸੰਜਮ, ਟੁਰ ਫਿਰ ਕੇ ਕਿਤੇ ਸੱਜੇ ਖੱਬੇ ਜਾਣ ਦਾ ਸੰਜਮ, ਹੱਥਾਂ ਨਾਲ ਕੰਮ ਕਰਨ ਦਾ ਸੰਜਮ, ਪੈਰਾਂ ਨਾਲ ਚੱਲ ਕੇ ਜਾਣ ਦਾ ਸੰਜਮ। ਇਹ ਸੰਜਮ ਹੈ। ਅੱਖਾਂ ਤੋਂ ਬੁਰਾ ਨਹੀਂ ਵੇਖਣਾ, ਕੰਨਾਂ ਨਾਲ ਨਿੰਦਾ ਨਹੀਂ ਸੁਣਨੀ, ਇਹ ਕੰਨਾਂ ਦਾ ਸੰਜਮ ਹੈ। ਜ਼ੁਬਾਨ ਨਾਲ ਨਿੰਦਾ ਨਹੀਂ ਕਰਨੀ, ਸਵਾਦਾਂ ਵਿੱਚ ਨਹੀਂ ਉਲਝੇ ਰਹਿਣਾ, ਇਹ ਜ਼ੁਬਾਨ ਦਾ ਸੰਜਮ ਹੈ। ਹੱਥਾਂ ਨਾਲ ਕਿਸੇ ਦਾ ਬੁਰਾ ਨਹੀਂ ਕਰਨਾ, ਇਹ ਹੱਥਾਂ ਦਾ ਸੰਜਮ ਹੈ। ਯਾਨੀ ਕਿ ਆਪਣੀਆਂ 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ ਤੇ ਕਾਬੂ ਕਰਕੇ ਰੱਖਣ ਦਾ ਨਾਮ ਹੈ ਸੰਜਮ, ਜਿਹਨੂੰ ਆਪਾਂ ਗੁਰਮੁਖੀ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਮਰਜ਼ਾਦਾ। ਮਰਿਆਦਾ 'ਚ ਰਹਿਣਾ। ਬੋਲਣ ਦੀ ਵੀ ਮਰਿਆਦਾ ਹੈ, ਕੀ ਬੋਲਣਾ ਹੈ। ਖਾਣ ਦੀ ਵੀ ਸਾਡੀ ਮਰਿਆਦਾ ਸਤਿਗੁਰਾਂ ਨੇ ਦੱਸੀ ਹੈ, ਕੀ ਖਾਣਾ ਕੀ ਨਹੀਂ ਖਾਣਾ। ਇਹਦੀ ਵੀ ਸਤਿਗੁਰਾਂ ਨੇ ਸਾਡੇ ਵਾਸਤੇ ਮਰਿਆਦਾ ਬਣਾਈ ਹੈ। ਬਸਤਰ ਕਿਸ ਤਰ੍ਹਾਂ ਦੇ ਪਹਿਨਣੇ ਨੇ, ਉਹਦੇ ਵਾਸਤੇ ਵੀ ਗੁਰਦੇਵ ਨੇ ਸਾਨੂੰ ਮਰਿਆਦਾ ਦੱਸੀ ਹੈ ਵੀ ਕਿਸ ਤਰ੍ਹਾਂ ਦੇ ਬਸਤਰ ਧਾਰਨੇ ਨੇ। ਤੂੰ ਮਰਿਆਦਾ ਰੱਖਣੀ, ਸੰਜਮ ਰੱਖਣਾ, ਇਹ ਹੈ ਖੱਟੇ, ਇਹ ਹਨ ਸਲੂਣੇ ਪਦਾਰਥ। ਸਲੂਣਾ ਸੰਜਮ, ਇਹ ਸਮਝ ਲਓ ਵੀ ਤੁਸੀਂ ਕੋਈ ਲੂਣ ਵਾਲੇ ਪਦਾਰਥ ਛਕ ਰਹੇ ਹੋ। ਫਿਰ ਹੈ ਖੱਟਾ ਖਰਾ ਧਿਆਨ। ਕਹਿੰਦੇ ਖੱਟੇ ਪਦਾਰਥ ਕਿਹੜੇ ਨੇ? ਪਰਮੇਸ਼ਰ ਦਾ ਖਰਾ ਧਿਆਨ ਰੱਖਣਾ। ਕਈਆਂ ਨੂੰ ਖੱਟੇ ਪਦਾਰਥ ਚੰਗੇ ਲੱਗਦੇ ਆ, ਲੱਸੀ ਪੀਣੀ ਖੱਟੀ, ਉਹ ਚੰਗੀ ਲੱਗਦੀ ਹੈ। ਕਿਸੇ ਨੂੰ ਖੱਟੀ ਇਮਲੀ ਖਾਣੀ ਚੰਗੀ ਲੱਗਦੀ ਹੈ। ਖੱਟੇ ਪਦਾਰਥ ਵੀ ਤਾਂ ਚੰਗੇ ਲੱਗਦੇ ਆ ਨਾ, ਬਹੁਤੇ ਖੱਟਾ ਖਾ ਕੇ ਖੁਸ਼ ਹੁੰਦੇ ਆ। ਤੇ ਉਹ ਜਿਹੜਾ ਖੱਟਾ ਪਦਾਰਥ ਹੈ, ਜਿਹੜਾ ਅਸੀਂ ਭਖਣਾ ਹੈ, ਖਾਣਾ ਹੈ, ਉਹ ਹੈ ਪਰਮੇਸ਼ਰ ਦਾ ਖਰਾ ਧਿਆਨ ਰੱਖਣਾ, ਅਕਾਲ ਪੁਰਖ ਦਾ ਧਿਆਨ ਕਰਨਾ। ਇਹ ਖੱਟੇ ਪਦਾਰਥ ਨੇ ਜਿਹੜੇ ਅਸੀਂ ਨਿਤ ਖਾਣੇ ਨੇ। ਗੁਰਬਾਣੀ ਵਿੱਚ ਵੀ ਪਾਤਸ਼ਾਹ ਨੇ ਬਚਨ ਕਹੇ ਨੇ, ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੋਣੇ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਮੰਨਣਾ, ਇਹ ਮੰਨ ਲਓ ਵੀ ਸਾਡੇ ਲਈ ਮਿੱਠੇ ਪਦਾਰਥ ਨੇ। ਪਰਮੇਸ਼ਰ ਦਾ ਨਾਮ ਸੁਣਨਾ, ਇਹ ਸਾਡੇ ਲਈ ਸਲੂਣੇ ਪਦਾਰਥ ਨੇ। ਤੋ ਇਸ ਤਰ੍ਹਾਂ ਗੁਰਬਾਣੀ ਵਿੱਚ ਵੀ ਬਚਨ, ਇੱਥੇ ਵੀ ਇਹ ਜਨਮ ਸਾਖੀ 'ਚ ਮਹਾਰਾਜ ਜੀ ਦੇ ਮੁਖੋਂ ਉਚਾਰਨ ਕੀਤੇ ਬਚਨ ਨੇ ਮਾਰੂ ਰਾਗ ਵਿੱਚ। ਪਾਤਸ਼ਾਹ ਕਹਿੰਦੇ ਖੱਟਾ ਖਰਾ ਧਿਆਨ, ਪਰਮੇਸ਼ਰ ਦਾ ਖਰਾ ਧਿਆਨ। ਧਿਆਨ ਕਈ ਪ੍ਰਕਾਰ ਦਾ ਨਾ, ਕਈ ਤਰ੍ਹਾਂ ਦੇ ਧਿਆਨ ਰੱਖੇ ਜਾਂਦੇ ਆ। ਕੋਈ ਕਹਿੰਦਾ ਜੀ ਆਹ ਧਿਆਨ ਕਰੋ, ਕੋਈ ਕਹਿੰਦਾ ਜੀ ਅਮਕਾ ਧਿਆਨ ਕਰੋ, ਕੋਈ ਕਹਿੰਦਾ ਦੀਵੇ ਦੀ ਜਿਹੜੀ ਲਾਟ ਹੁੰਦੀ ਆ ਉਹਦਾ ਧਿਆਨ ਕਰੋ, ਕੋਈ ਕਿਸ ਸ਼ਕਤੀ ਦੇ ਧਿਆਨ ਬਾਰੇ ਕਹਿੰਦਾ, ਕੋਈ ਕਿਸੇ ਬਾਰੇ। ਮਹਾਰਾਜ ਜੀ ਕਹਿੰਦੇ ਖਰਾ ਧਿਆਨ ਕਰੋ। ਖਰਾ ਖਰਾ ਧਿਆਨ ਕਿਹੜਾ? ਖਰਾ ਧਿਆਨ ਹੈ ਪਰਮੇਸ਼ਰ ਦੇ ਸਰੂਪ ਦਾ ਧਿਆਨ ਕਰਨਾ। ਤੁਸੀਂ ਆਖੋ ਜੇ ਪਰਮੇਸ਼ਰ ਦਾ ਸਰੂਪ ਹੈ ਹੀ ਨਹੀਂ ਤੇ ਉਹਦਾ ਧਿਆਨ ਕਿਵੇਂ ਕਰੀਏ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧਿਆਨ ਤਾਂ ਉਹਦਾ ਕਰੀਦਾ ਨਾ ਜਿਹਦਾ ਸਰੂਪ ਹੋਵੇ। ਪਰਮਾਤਮਾ ਦਾ ਨਿਰਾਕਾਰ ਹੈ, ਨਿਰਾਕਾਰ ਦਾ ਧਿਆਨ ਕਿਵੇਂ ਹੋ ਸਕਦਾ ਹੈ?
ਨਿਰਾਕਾਰ ਦਾ ਧਿਆਨ ਵੀ ਨਿਰਾਕਾਰ ਹੀ ਹੋਵੇਗਾ। ਉਹ ਕਿਵੇਂ? ਨੇਤਰ ਮੁੰਦ ਕੇ ਗੁਰ ਮੰਤਰ ਦਾ ਅਭਿਆਸ ਕਰਦਿਆਂ ਸੁਰਤ ਵਿੱਚ ਇਹ ਧਿਆਨ ਰੱਖਣਾ ਹੈ ਕਿ ਪ੍ਰਮਾਤਮਾ ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਵਿਆਪਕ ਹੈ। ਉਹਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਾ, ਆਪਣੇ ਅੰਗ ਸੰਗ ਮਹਿਸੂਸ ਕਰਨਾ, ਇੱਦਾਂ ਜਾਣ ਕੇ ਇਸ ਪਰਮੇਸ਼ਰ ਦਾ ਭਜਨ ਕਰਨਾ, ਇਹ ਹੈ ਖਰਾ ਧਿਆਨ। ਤੇ ਇਹ ਮਹਾਰਾਜ ਜੀ ਕਹਿੰਦੇ ਨੇ ਖੱਟੇ ਪਦਾਰਥ ਨੇ ਜਿਹੜੇ ਅਸੀਂ ਖਾਣੇ ਹਨ। ਐਸਾ ਭੋਜਨ ਜੋ ਜਨ ਅਚਵੇਂ, ਸੋ ਮਾਨਸ ਪ੍ਰਧਾਨ। ਪਾਤਸ਼ਾਹ ਕਹਿੰਦੇ ਰਾਏ ਬੁਲਾਰ ਜੀ, ਜੇ ਇਹੋ ਜਿਹਾ ਭੋਜਨ ਜਿਹੜਾ ਜਨ ਛਕਦਾ, ਜਿਹੜਾ ਉੱਪਰ ਦੱਸਿਆ, ਇਦਾਂ ਦਾ ਭੋਜਨ ਜਿਹੜਾ ਜਨ ਛਕਦਾ, ਉਹ ਬੰਦਾ, ਉਹ ਮਾਨਸ ਇਹ ਸੰਸਾਰ ਦੇ ਵਿੱਚ ਪ੍ਰਧਾਨ ਹੈ, ਪ੍ਰਵਾਨ ਹੈ, ਮੁਖੀ ਹੈ। ਉਹ ਪ੍ਰਧਾਨ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਕਹਿੰਦੇ ਉਹੀ ਪ੍ਰਧਾਨ ਹੈ ਜਿਹੜਾ ਇਹੋ ਜਿਹਾ ਭੋਜਨ ਛਕਦਾ ਹੈ। ਰਾਏ ਜੀ ਭੋਜਨ ਐਸਾ ਕਰੀਏ, ਇਹ ਰਾਏ ਬੁਲਾਰ ਜੀ ਇਹੋ ਜਿਹਾ ਭੋਜਨ ਕਰੀਏ ਜਿਹੜਾ ਤੁਹਾਨੂੰ ਉੱਪਰ ਦੱਸਿਆ। ਔਰ ਸਕਲ ਪਰ ਹਰੀਏ, ਬਾਕੀ ਜਿਹੜੇ ਫਿੱਕੇ ਭੋਜਨ ਨੇ ਇਹਦਾ ਤਿਆਗ ਕਰੀਏ, ਸੱਚਾ ਭੋਜਨ ਜਿਹੜਾ ਇਹ ਛਕੀਏ। ਰਹਾਉ ਮੇਵਾ ਮਗਨ ਲਗਾ ਸਚ ਸੇਤੀ, ਜਿਸ ਖਾਦੇ ਤ੍ਰਿਪਤਾਵੇ। ਕਹਿੰਦੇ ਮੇਵੇ ਵੀ ਛਕੋ। ਮੇਵੇ ਕਿਹੜੇ ਨੇ? ਕਹਿੰਦੇ ਮੇਵੇ ਇਹ ਨੇ ਕਿ ਪ੍ਰਮਾਤਮਾ ਦੇ ਵਿੱਚ ਮਗਨ ਹੋਣਾ ਜਿਹੜਾ ਸਾਰਿਆਂ ਵਿੱਚ ਰਹਿੰਦਾ। ਮੇਵਾ ਮਗਨ ਲੱਗਾ ਸੱਚ ਸੇਤੀ। ਕਹਿੰਦੇ ਸੱਚੇ ਸੇਤੀ ਰੱਬ ਦੇ ਵਿੱਚ ਮਗਨ ਹੋ ਜਾਣਾ, ਉਹਦੇ ਚ ਇੱਕਮਿਕ ਹੋ ਜਾਣਾ। ਕਹਿੰਦੇ ਇਹ ਨੇ ਮੇਵੇ ਖਾਣੇ। ਮੇਵੇ ਇਹ ਛੁਹਾਰੇ ਨੇ, ਇਹ ਬਦਾਮ ਦੀਆਂ ਗਿਰੀਆਂ ਨੇ, ਇਹ ਕਾਜੂ ਨੇ, ਇਹ ਸੌਗੀ ਹੈ, ਇਹ ਪਿਸਤਾ ਹੈ। ਇਹ ਸਾਰੇ ਮੇਵੇ ਨੇ ਅਨੇਕ ਪ੍ਰਕਾਰ ਦੇ। ਇਹ ਨੇਜ਼ੇ ਨੇ, ਕਿੰਨੇ ਪ੍ਰਕਾਰ ਦੇ ਮੇਵੇ ਹੁੰਦੇ ਆ। ਇਹ ਖੁਰਮੀਆਂ ਨੇ। ਕਹਿੰਦੇ ਜਿਤਨੇ ਮੇਵੇ ਨੇ ਉਹ ਕਿਹੜੇ ਨੇ ਭਲਾ? ਪਰਮੇਸ਼ਰ ਵਿੱਚ ਆਪਣਾ ਧਿਆਨ ਮਗਨ ਕਰ ਲੈਣਾ, ਉਹਦੇ 'ਚ ਮਗਨ ਹੋ ਜਾਣਾ। ਜਿਵੇਂ ਕੋਈ ਗੁਰੂ ਕਾ ਸਿੱਖ ਕੀਰਤਨ ਸੁਣਦਿਆਂ ਮਗਨ ਹੋ ਜਾਂਦਾ ਨਾ, ਉਹਨੂੰ ਸਭ ਕੁਝ ਭੁੱਲ ਜਾਂਦਾ। ਸੱਜੇ ਖੱਬੇ ਕੁੱਥੇ ਕੌਣ ਕੀ ਕਹਿੰਦਾ, ਕੌਣ ਕੀ ਕਰਦਾ। ਜਿੰਨਾ ਚਿਰ ਕੀਰਤਨ ਸੁਣ ਰਿਹਾ ਵਿੱਚ ਮਗਨ ਹੋ ਜਾਂਦਾ, ਕਥਾ ਸੁਣ ਰਿਹਾ ਵਿੱਚ ਮਗਨ ਹੋ ਜਾਂਦਾ, ਗੁਰਬਾਣੀ ਪੜ੍ਹ ਰਿਹਾ ਜਾਂ ਸੁਣ ਰਿਹਾ ਵਿੱਚ ਮਗਨ ਹੋ ਜਾਂਦਾ। ਉਹ ਜਿਹੜਾ ਮਗਨ ਹੋਣਾ ਨਾ ਸਾਹਿਬ ਵਿੱਚ, ਬਾਣੀ ਵਿੱਚ, ਭਜਨ ਵਿੱਚ, ਉਹਨੇ ਮੇਵੇ ਖਾਣੇ। ਤੇ ਇਹੋ ਜਿਹੇ ਮੇਵੇ ਜਿਹੜੇ ਖਾ ਲੈਂਦੇ ਆ, ਮਹਾਰਾਜ ਜੀ ਕਹਿੰਦੇ ਭਾਈ ਉਹ ਤ੍ਰਿਪਤ ਹੋ ਜਾਂਦੇ ਨੇ। ਜਿਤ ਖਾਧੈ ਜਿਸ ਖਾਧੇ ਤ੍ਰਿਪਤਾਵੈ। ਜਿਨ੍ਹਾਂ ਨੂੰ ਖਾ ਕੇ ਬੰਦਾ ਤ੍ਰਿਪਤ ਹੋ ਜਾਂਦਾ। ਦੁਨੀਆ ਦੇ ਵਿੱਚ ਜਿਹੜੇ ਮੇਵੇ ਮੌਜੂਦ ਨੇ ਉਹ ਜੇ ਵੱਧ ਖਾ ਲਏ ਜਾਣ ਤਾਂ ਉਹ ਸਰੀਰ ਲਈ ਨੁਕਸਾਨ ਕਰਦੇ ਆ। ਵੱਧ ਮੇਵੇ ਖਾਧੇ ਜਾਣ ਪੇਟ 'ਚ ਗਰਮੀ ਤੇ ਲੀਵਰ 'ਚ ਗਰਮੀ ਪੈਦਾ ਕਰ ਦਿੰਦੇ ਆ। ਵੱਧ ਮੇਵੇ ਸੰਸਾਰੀ ਖਾਧੇ ਜਾਣ ਤੇ ਮੂੰਹ ਵਿੱਚ ਛਾਲੇ ਪੈਦਾ ਕਰ ਦਿੰਦੇ। ਨੱਕ ਦੇ ਵਿੱਚੋਂ ਖੂਨ ਤੱਕ ਵੀ ਵਹਿ ਟੁਰਦਾ ਜੇ ਵੱਧ ਮੇਵੇ ਖਾ ਲਏ ਜਾਣ। ਪਰ ਆ ਜਿਹੜੇ ਮੇਵੇ ਸਤਿਗੁਰੂ ਜੀ ਦੱਸਦੇ ਨੇ, ਇਹ ਜਿੰਨੇ ਖਾਈਏ ਉਨੇ ਹੀ ਲਾਹੇਵੰਦ ਹੁੰਦੇ, ਉਨਾ ਹੀ ਵੱਧ ਫਾਇਦਾ ਕਰਦੇ ਆ। ਜਿਨ੍ਹਾਂ ਨੂੰ ਖਾ ਕੇ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਬੰਦਾ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ। ਸਤਿਗੁਰ ਬਿਰਖ ਫਲਿਆ ਸਣ ਡਾਲੀ, ਸੋ ਫਲ ਚੁਗ ਚੁਗ ਖਾਵੇ। ਕਹਿੰਦੇ ਫਿਰ ਫਲ ਖਾਣੇ ਆ ਵੀ ਫਲ। ਕਹਿੰਦੇ ਫਲ ਕਿਹੜੇ ਨੇ? ਸਤਿਗੁਰੂ ਜੀ ਦਰਖਤ ਨੇ, ਤੇ ਸਤਿਗੁਰੂ ਰੂਪੀ ਦਰਖਤ ਨੂੰ ਜਿਹੜੇ ਗੁਰੂ ਕੇ ਬਚਨਾਂ ਰੂਪੀ ਫਲ ਲੱਗੇ ਆ ਨਾ, ਇਹ ਫਲ ਤੋੜ ਤੋੜ ਕੇ ਗੁਰੂ ਕੇ ਸਿੱਖਾ ਖਾ। ਜਿਨ੍ਹਾਂ ਫਲਾਂ ਨੂੰ ਖਾ ਕੇ ਤੂੰ ਤ੍ਰਿਪਤ ਹੋ ਜਾਵੇਂਗਾ, ਆਨੰਦ ਵਿੱਚ ਆ ਜਾਏਗਾ। ਸਤਿਗੁਰ ਬਿਰਖ ਫਲਿਆ ਸਣ ਡਾਲੀ, ਸੋ ਫਲ ਚੁਗ ਚੁਗ ਖਾਵੇ। ਉਹਨਾਂ ਫਲਾਂ ਨੂੰ ਚੁਗ ਚੁਗ ਕੇ ਖਾਣਾ। ਸਤਿਗੁਰੂ ਬਿਰਖ ਹੈ ਔਰ ਗੁਰੂ ਰੂਪੀ ਬਿਰਖ ਨੂੰ ਫਲ ਲੱਗੇ ਹੋਏ ਨੇ, ਉਹਨਾਂ ਫਲਾਂ ਨੂੰ ਚੁਗ ਚੁਗ ਕੇ ਖਾਣਾ। ਚੁਗ ਚੁਗ ਕੇ ਖਾਣ ਦਾ ਕੀ ਮਤਲਬ ਹੈ? ਜਦੋਂ ਅਸੀਂ ਕੋਈ ਚੀਜ਼ ਚੁਗਣੀ ਹੋਵੇ, ਧਿਆਨ ਇਕਾਗਰ ਕਰਦੇ ਆ ਨਾ, ਇਕਾਗਰਤਾ ਤੋਂ ਬਿਨਾਂ ਚੁਗ ਨਹੀਂ ਸਕਦੇ।
ਗੁਰਬਾਣੀ ਮਹਾਰਾਜ ਜੀ ਦਾ ਬਿਰਖ ਹੈ ਫਲ ਵਾਲਾ, ਔਰ ਸਾਹਿਬ ਦੀ ਬਾਣੀ ਵਿੱਚ ਜਿਤਨੇ ਗੁਰੂ ਕੇ ਅਮੋਲਕ ਬਚਨ ਨੇ ਉਹ ਸਾਰਾ ਚੋਗਾ ਹੈ ਕੀਮਤੀ ਫਲਾਂ ਦਾ। ਤੇ ਜਦੋਂ ਧਿਆਨ ਇਕਾਗਰ ਕਰਾਂਗੇ ਤਾਂ ਖਾਵਾਂਗੇ, ਤੇ ਜੇ ਧਿਆਨ ਇਕਾਗਰ ਨਾ ਹੋਵੇਗਾ ਤੇ ਫਿਰ ਉਹ ਚੁਗ ਕੇ ਖਾ ਨਹੀਂ ਹੁੰਦੇ। ਫਿਰ ਕੰਨਾਂ ਵਿੱਚੋਂ ਦੀ ਸ਼ਬਦ ਵੱਜੇ, ਸੁਣੇ, ਉਸੇ ਤਰ੍ਹਾਂ ਚਲੇ ਗਏ, ਸਮਝ ਨਹੀਂ ਪਈ। ਚੁਗਾਂਗੇ ਤਾਂ ਜੇ ਧਿਆਨ ਇਕਾਗਰ ਹੋਵੇਗਾ। ਕਹਿੰਦੇ ਗੁਰੂ ਕੇ ਸਿੱਖ ਚੁਗ ਚੁਗ ਕੇ ਫਲ ਖਾਂਦੇ ਹਨ। ਅੰਮ੍ਰਿਤ ਫਲ ਰਸ ਨਾਮ ਤਨੀ ਕਾ, ਸੋ ਪੀਵੈ ਜਿਸ ਦੇਵੈ। ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਫਲ ਹੈ ਨਾ, ਰਸ, ਉਹ ਪਰਮੇਸ਼ਰ ਨਾਮ ਅਕਾਲ ਪੁਰਖ ਧਨੀ ਦਾ ਜਿਹੜਾ ਨਾਮ ਅੰਮ੍ਰਿਤ ਰਸ ਹੈ, ਉਹ ਉਹੀ ਪੀਂਦਾ ਜਿਹਨੂੰ ਸਤਿਗੁਰੂ ਜੀ ਪਿਆਉਂਦੇ ਹਨ। ਸਫਲ ਦਰਸ ਅਕਾਲ ਮੂਰਤ, ਜਾਂ ਕੇ ਹਿਰਦੇ ਸਮੇਵੈ। ਸਫਲ ਦਰਸ਼ਨ ਅਕਾਲ ਮੂਰਤ ਪਰਮੇਸ਼ਰ ਦੇ ਦਰਸ਼ਨ ਨੇ, ਜਿਸ ਦੇ ਹਿਰਦੇ 'ਚ ਵਸ ਜਾਣ ਉਹਨੂੰ ਅਕਾਲ ਪੁਰਖ ਦੀ ਸਫਲ ਮੂਰਤ ਦੇ ਦਰਸ਼ਨ ਹੋ ਜਾਂਦੇ ਹਨ। ਕਉ ਨਾਨਕ ਸੋ ਖਰਾ ਸੋ ਆਦੀ, ਏਕੰਕਾਰ ਰਸ ਲੀਆ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਏਕੰਕਾਰ ਪਰਮੇਸ਼ਰ ਦਾ ਰਸ ਲੈ ਲਿਆ, ਉਹਨਾਂ ਨੇ ਸਭ ਤੋਂ ਵਧੀਆ ਖਰਾ ਸਵਾਦ ਮਾਣਿਆ। ਖਰੀ ਚੀਜ਼ ਖਾਧੀ ਉਹਨਾਂ ਸਭ ਤੋਂ ਵਧੀਆ ਸ੍ਰੇਸ਼ਟ, ਜਿਨ੍ਹਾਂ ਨੇ ਏਕੰਕਾਰ ਵਾਹਿਗੁਰੂ ਪਰਮੇਸ਼ਰ ਦਾ ਰਸ ਲੈ ਲਿਆ। ਅਵਰ ਸਵਾਦ ਸਭ ਫੀਕੇ ਲਾਗੇ, ਜਬ ਸੱਚ ਨਾਮ ਮੁਖ ਦੀਆ। ਕਹਿੰਦੇ ਜਦੋਂ ਆਪਣੇ ਮੁਖ ਵਿੱਚ ਗੁਰਮੁਖਾਂ ਨੇ ਸੱਚਾ ਨਾਮ ਦਿੱਤਾ, ਤੇ ਸੱਚਾ ਨਾਮ ਜਿਨ੍ਹਾਂ ਦੇ ਮੁਖ ਵਿੱਚ ਆਇਆ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨੂੰ ਦੁਨੀਆਂ ਦੇ ਬਾਕੀ ਸਾਰੇ ਹੀ ਰਸ ਵਿਸਰ ਗਏ। ਜਿਨ੍ਹਾਂ ਨੂੰ ਨਾਮ ਰਸ ਆਇਆ ਉਹਨਾਂ ਨੂੰ ਸਾਰੇ ਹੀ ਰਸ ਵਿਸਰ ਗਏ, ਸਭ ਰਸ ਵਿਸਰ ਗਏ ਹੈ। ਔਰ ਜਿਨ੍ਹਾਂ ਨੇ ਰਾਮ ਰਸ ਪੀ ਲਿਆ ਉਹਨਾਂ ਨੂੰ ਸਾਰੇ ਹੀ ਰਸ ਵਿਸਰ ਗਏ। ਦੋਹਰਾ ਸੁਨ ਸ਼੍ਰੋਨਨ ਮੈਂ ਰਾਏ ਕਾਏ, ਕਰਨ ਕਰਾਵਨ ਆਪ। ਜਦੋਂ ਸਾਹਿਬ ਨੇ ਬਚਨ ਉਚਾਰੇ ਤੇ ਰਾਏ ਬੁਲਾਰ ਜੀ ਨੇ ਸੁਣੇ, ਹੱਥ ਜੋੜ ਕੇ ਕਹਿੰਦੇ ਸਾਹਿਬ ਤੁਸੀਂ ਕਰਨ ਵਾਲੇ ਵੀ ਹੋ, ਤੁਸੀਂ ਕਰਾਵਣਹਾਰੇ ਵੀ ਹੋ। ਜਿਸ ਪਰ ਤੁਮ ਕਰੁਣਾ ਕਰੋ, ਦਿਓ ਨਾਮ ਕੋ ਜਾਪ। ਮਹਾਰਾਜ ਜਿਹਦੇ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ ਨਾ, ਉਹਨੂੰ ਤੁਸੀਂ ਆਪਣੇ ਨਾਮ ਦਾ ਜਾਪ ਬਖਸ਼ਦੇ ਹੋ। ਜਿਸ ਤੇ ਕਿਰਪਾ ਕਰਦੇ ਹੋ ਉਹਨੂੰ ਅੰਮ੍ਰਿਤ ਨਾਮ ਦਾ ਜਾਪ ਬਖਸ਼ਦੇ ਹੋ। ਚੋਪਈ ਪੂਰਬ ਮధుਰ ਪਰੋਸਿਓ ਦਿਜ ਕਰ। ਇਸ ਤਰ੍ਹਾਂ ਸਤਿਗੁਰੂ ਜੀ ਬੈਠ ਗਏ। ਪਹਿਲਾਂ ਮਿੱਠਾ ਭੋਜਨ ਮਹਾਰਾਜ ਜੀ ਅੱਗੇ ਪਰੋਸਿਆ, ਲਵਨ ਸਹਿਤ ਪੁਨ ਤੁਰਸ਼ ਸਾਧ ਬਰ। ਫਿਰ ਲੂਣੇ ਪਦਾਰਥ, ਫਿਰ ਖੱਟੇ ਮਿੱਠੇ ਬਣੇ ਪਦਾਰਥ ਵਰਤਾਏ। ਜਿਉਂ ਜਿਉਂ ਕੋਰ ਬਦਨ ਮੈਂ ਪਾਵੇਂ। ਜਿਵੇਂ ਜਿਵੇਂ ਮਹਾਰਾਜ ਜੀ ਕੋਰੀ ਤੋੜ ਕੇ ਆਪਣੇ ਮੁਖ ਵਿੱਚ ਪਾਉਂਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ, ਤਿਉਂ ਤਿਉਂ ਰਾਏ ਆਨੰਦ ਨਾ ਮਾਵੇਂ। ਜਦੋਂ ਸਤਿਗੁਰਾਂ ਨੂੰ ਛਕਦਿਆਂ ਵੇਖਦਾ ਨਾ ਰਾਏ ਬੁਲਾਰ, ਉਹਦੇ ਅੰਦਰ ਦਾ ਆਨੰਦ ਕਿਹਾ ਨਹੀਂ ਜਾਂਦਾ। ਇੰਨਾ ਆਨੰਦਿਤ ਹੋ ਰਿਹਾ ਸਤਿਗੁਰਾਂ ਨੂੰ ਭੋਜਨ ਛਕਦਿਆਂ ਵੇਖ ਕੇ ਕਿ ਰਾਏ ਬੁਲਾਰ ਦੇ ਅੰਦਰ ਦਾ ਆਨੰਦ ਵਰਣਨ ਨਹੀਂ ਹੁੰਦਾ। ਬਦਨ ਚੰਦ ਕੀ ਦਿਸ਼ ਹੋਏ ਕੋਕਾ। ਸਤਿਗੁਰੂ ਜੀ ਦੇ ਚੰਦਰਮਾ ਜੈਸੇ ਮੁਖ ਮੰਡਲ ਨੂੰ ਵੇਖਣ ਵਾਸਤੇ ਚਕੋਰ ਬਣਿਆ ਬੈਠਾ ਰਾਏ ਬੁਲਾਰ। ਲੋਚਨ ਲਾਏ ਬਿਲੋ ਕੇ ਅਸ਼ੋਕਾ। ਸਤਿਗੁਰੂ ਜੀ ਦੇ ਦਰਸ਼ਨ ਇੱਕ ਟਕੀ ਲਾ ਕੇ ਕਰਦਾ ਤੇ ਅਸ਼ੋਕ ਹੋ ਰਿਹਾ। ਅਸ਼ੋਕ ਦਾ ਮਤਲਬ ਸ਼ੋਕ ਤੋਂ ਰਹਿਤ ਹੋ ਰਿਹਾ ਹੈ। ਉਠੇ ਅਚਵ ਕਰਬ ਬਿਦ ਆਹਾਰਾ। ਵਿਵਿਧ ਪ੍ਰਕਾਰ ਦੇ ਭੋਜਨ ਮਹਾਰਾਜ ਜੀ ਨੇ ਛਕੇ ਰਾਏ ਬੁਲਾਰ ਦਾ ਪ੍ਰੇਮ ਜਾਣਦਿਆਂ। ਰਾਏ ਜੋਰ ਕਰ ਬਚਨੀ ਉਚਾਰਾ। ਸਤਿਗੁਰੂ ਜੀ ਉੱਠੇ ਨੇ ਤੇ ਰਾਏ ਬੁਲਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਫਲ ਮਨੋਰਥ ਕੀਨ ਹਮਾਰਾ। ਏ ਗਰੀਬ ਨਵਾਜ ਸਤਿਗੁਰੂ ਤੁਸੀਂ ਮੇਰਾ ਮਨੋਰਥ ਸਫਲ ਕੀਤਾ ਹੈ। ਮੇਰੇ ਮਨ ਦੀ ਇੱਛਾ ਸੀ ਮੇਰੇ ਸਨਮੁਖ ਬੈਠ ਕੇ ਆਪ ਜੀ ਭੋਜਨ ਛਕੋ।
ਮੈਂ ਤੁਹਾਡੀ ਸੇਵਾ ਟਹਿਲ ਕਰਾਂ, ਮੇਰਾ ਉਹ ਮਨੋਰਥ ਤੁਸਾਂ ਪੂਰਾ ਕੀਤਾ ਹੈ। ਮਨ ਜਾਣਿਓ ਅਬ ਭਾ ਨਿਸਤਾਰਾ। ਮੈਂ ਆਪਣੇ ਮਨ ਵਿੱਚ ਜਾਣ ਲਿਆ ਕਿ ਹੁਣ ਤੁਹਾਡੀ ਦਇਆ, ਤੁਹਾਡੀ ਕਿਰਪਾ ਨਾਲ ਮੇਰਾ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਏਗਾ। ਵੈਸੇ ਬੋਰ ਆਨ ਪਰੇ ਅੰਕਾ। ਸਤਿਗੁਰੂ ਜੀ ਜਿੱਥੇ ਭੋਜਨ ਛਕਿਆ ਉੱਥੋਂ ਉੱਠੇ ਤੇ ਉੱਠ ਕੇ ਗੁਰਦੇਵ ਜੀ ਰਾਏ ਬੁਲਾਰ ਦੇ ਘਰ ਵਿੱਚ ਹੀ, ਜਿੱਥੇ ਪਾਤਸ਼ਾਹ ਦੇ ਬੈਠਣ ਲਈ ਸੋਹਣਾ ਪਲੰਘਾ ਸਜਾਇਆ ਸੀ, ਉਸ ਪਲੰਘੇ ਤੇ ਆਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੈਠ ਗਏ। ਸੋਹਤ ਬਦਨ ਅਨੰਕ ਮਯੰਕਾ। ਮਹਾਰਾਜ ਜੀ ਦਾ ਮੁਖ ਮੰਡਲ ਬੜਾ ਸੁੰਦਰ ਹੋ ਕੇ ਸ਼ੋਭਨੀਕ ਹੋ ਰਿਹਾ ਹੈ। ਕਹਿੰਦੇ ਮਾਨੋ ਜਿਵੇਂ ਨਿਸ਼ਕਲੰਕ ਚੰਦਰਮਾ ਹੋਵੇ। ਪ੍ਰੇਮਾ ਤੁਰ ਚਿਤ ਰਾਏ ਬੁਲਾਰੂ। ਰਾਏ ਬੁਲਾਰ ਦਾ ਚਿੱਤ ਬੜਾ ਆਤੁਰ ਹੈ, ਪ੍ਰੇਮ ਨਾਲ ਭਿੱਜਾ ਹੋਇਆ ਹੈ। ਮధుਰ ਸ਼੍ਰੇ ਯੁਤ ਕੀਨੇ ਉਚਾਰੂ। ਬੜੇ ਮਧੁਰ ਮਿੱਠੇ ਮਿੱਠੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁਖ ਬਹਿ ਕੇ ਬੋਲਦੇ ਹਨ। ਕੀਨ ਪਲੋ ਬਾਲੇ ਮਰਦਾਨੇ। ਭਾਈ ਬਾਲੇ ਤੇ ਮਰਦਾਨੇ ਨੂੰ ਰਾਏ ਬੁਲਾਰ ਜੀ ਕਹਿੰਦੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਤੁਸੀਂ ਇਹ ਮੇਰੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਮੋਹ ਪਰ ਪਾ ਉਪਕਾਰ ਮਹਾਨੇ। ਮੇਰੇ ਉੱਤੇ ਬੜਾ ਵੱਡਾ ਉਪਕਾਰ ਹੋਇਆ, ਤੁਹਾਡਾ ਇਹ ਬੜਾ ਵੱਡਾ ਅਹਿਸਾਨ ਹੋਇਆ। ਬਿਨ ਦਾਨੋ ਪਰ ਬੇਜਿਮ ਖੇਤੀ। ਕਹਿੰਦੇ ਜਿਵੇਂ ਕਿਸੇ ਬੀਜ ਨਾ ਬੀਜਿਆ ਹੋਵੇ ਖੇਤੀ ਵਿੱਚ ਤੇ ਆਪਣੇ ਆਪ ਉੱਗ ਗਿਆ ਹੋਵੇ। ਕਹਿੰਦੇ ਮੇਰੇ ਨਾਲ ਤਾਂ ਉਹ ਗੱਲ ਹੋਈ ਕਿ ਤੁਸੀਂ ਮੇਰੇ ਬਿਨਾਂ ਬੀਜਿਆਂ ਬੀਜ ਨੂੰ ਵੀ ਫਲੀਭੂਤ ਕਰ ਦਿੱਤਾ ਭਾਈ ਬਾਲਾ ਮਰਦਾਨਾ ਜੀ। ਸਤਿਗੁਰੂ ਜੀ ਦੇ ਦਰਸ਼ਨ ਕਰਾ ਕੇ ਕਰਤਾਰਥ ਕਰ ਦਿੱਤਾ ਹੈ। ਜਲ ਬਿਨ ਸੁਸਕਤ ਤਪਰ ਸਮੇਤੀ। ਕਹਿੰਦੇ ਇਸ ਤਰ੍ਹਾਂ ਕਹਿ ਸਕਦੇ ਆ ਜਿਵੇਂ ਪਾਣੀ ਬਿਨਾਂ ਖੇਤੀ ਸੁੱਕਦੀ ਹੋਵੇ, ਕੁਮਲਾ ਰਹੀ ਹੋਵੇ ਫਸਲ। ਤਿਸ ਪਰ ਜਲ ਤਰ ਬਹੁ ਬਰਖੰਤਾ। ਉਹਦੇ ਉੱਤੇ ਅਚਾਨਕ ਮੀਂਹ ਵਰਸਣ ਲੱਗ ਪਏ ਤੇ ਮੀਂਹ ਵਰਸ ਕੇ ਉਸ ਸੁੱਕੀ ਖੇਤੀ ਨੂੰ ਹਰਿਆਂ ਭਰਿਆਂ ਕਰ ਦੇਵੇ। ਮੇਰੇ ਨਾਲ ਉਹ ਵਰਤਿਆ। ਤੁਸੀਂ ਸਤਿਗੁਰੂ ਜੀ ਦੇ ਦਰਸ਼ਨ ਕਰਾ ਕੇ ਮੇਰੀ ਸੁੱਕੀ ਜਾਂਦੀ ਖੇਤੀ ਨੂੰ ਹਰਿਆਂ ਭਰਿਆਂ ਕਰ ਦਿੱਤਾ ਹੈ। ਤਿਮ ਮੋਕੋ ਤੁਮ ਭੇ ਸੁਖਵੰਤਾ। ਜਿਵੇਂ ਸੁੱਕੀ ਫਸਲ ਲਈ ਮੀਂਹ ਸੁਖਵੰਤਾ ਹੁੰਦਾ ਹੈ, ਇਸੇ ਤਰ੍ਹਾਂ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਤੁਸੀਂ ਮੇਰੇ ਲਈ ਸੁਖਵੰਤੀ ਹੋ ਗਏ ਹੋ। ਦੋਹਰਾ ਚੂਰਨ ਸ਼੍ਰੀ ਗੁਰ ਚਰਨ ਰਾਜੇ। ਰਾਗ ਦ્વੈਖ ਮਨ ਰੋਗ। ਰਾਗ ਤੇ ਦ્વੈਸ਼ ਇਹ ਮਨ ਦੇ ਦੋ ਰੋਗ ਹਨ। ਰਾਗ, ਦੂਜੀ ਹੈ ਦ્વੈਸ਼। ਇਹ ਦੋ ਰੋਗ ਨੇ ਜੋ ਜੀਵ ਦੇ ਮਨ ਨੂੰ ਚਿੰਬੜੇ ਹੋਏ ਨੇ। ਕਰ ਕੈ ਤਾਹੇ ਅਨਾਮ ਕਹੋ ਕਥਾ ਨਿਰਸੋਗ। ਪੁਰਾਣੇ ਸਮਿਆਂ 'ਚ ਆਯੁਰਵੈਦ ਦੇ ਤਰੀਕੇ ਦੁਆਰਾ ਜਦੋਂ ਦਵਾਈ ਬਣਾਈ ਜਾਂਦੀ ਸੀ, ਜ਼ਿਆਦਾ ਚੂਰਨ ਬਣਾਏ ਜਾਂਦੇ ਸੀ, ਚਟਣੀ ਬਣਾਈ ਜਾਂਦੀ ਸੀ। ਕਹਿੰਦੇ ਰਾਗ ਤੇ ਦ્વੈਸ਼ ਜਿਹੜੇ ਦੋ ਰੋਗ ਲੱਗੇ ਨੇ ਨਾ ਸਾਡੇ ਮਨਾਂ ਨੂੰ, ਇਹਨਾਂ ਰੋਗਾਂ ਦੀ ਦਵਾਈ ਚੂਰਨ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜ। ਗੁਰਦੇਵ ਦੇ ਚਰਨਾਂ ਦੀ ਜਿਹੜੀ ਧੂੜ ਹੈ ਇਹ ਚੂਰਨ ਹੈ, ਜਿਹਨੂੰ ਮੈਂ ਆਪਣੇ ਹਿਰਦੇ 'ਚ ਧਾਰਨ ਕੀਤਾ ਤੇ ਮੇਰੇ ਅੰਦਰ ਦੇ ਰਾਗ ਤੇ ਦ્વੈਸ਼ ਦੇ ਦੋਵੇਂ ਰੋਗ ਦੂਰ ਹੋਏ ਤੇ ਮੈਂ ਆਪਣੇ ਮਨ ਨੂੰ ਨਿਰੋਗ ਕਰਕੇ, ਰੋਗ ਤੋਂ ਰਹਿਤ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਕਹਿਣ ਲੱਗਾ ਹਾਂ। ਸੁਣੋ ਖਾਲਸਾ ਜੀ। ਸ੍ਰੀ ਬਾਲਾ ਸੰਧੂ ਆਚ ਚੌਪਈ। ਅਸਨ ਅਚਵ ਕਰ ਮ੍ਰਿਦਲ ਸੁਭਾਉ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਕਹਿਣ ਲੱਗੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਰਾਏ ਬੁਲਾਰ ਦੇ ਘਰ ਭੋਜਨ ਛਕ ਹਟੇ ਤੇ ਸਹਿਜ ਸੁਭਾਏ ਕੋਮਲ ਸੁਭਾਅ ਦੇ ਮਾਲਕ ਸਤਿਗੁਰੂ ਬੈਸੀ ਨਿਕਟ ਬਿਰਾਜਿਤ ਰਾਉ। ਪਲਗੇ ਤੇ ਆਣ ਕੇ ਬੈਠ ਗਏ। ਰਾਏ ਬੁਲਾਰ ਆ ਕੇ ਸਤਿਗੁਰਾਂ ਦੇ ਕੋਲ ਚਰਨਾਂ 'ਚ ਸਜ ਗਿਆ। ਤਬ ਤ੍ਰਿਪਤਾ
ਬਿਰਹਾ ਉਤਰ ਆਈ। ਕਿ ਇੰਨੇ ਨੂੰ ਮਾਤਾ ਤ੍ਰਿਪਤਾ ਜੀ ਜੋ ਬੜੇ ਬੇਬਲ ਸੀ ਉਹ ਵੀ ਆ ਗਏ। ਉਹਨਾਂ ਨੂੰ ਪਤਾ ਲੱਗਾ ਵੀ ਸਾਹਿਬ ਜੀ ਭੋਜਨ ਛਕ ਹਟੇ ਨੇ, ਤੇ ਇੰਨੇ ਨੂੰ ਮਾਤਾ ਜੀ ਦਾ ਮਨ ਕਿੱਥੇ ਘਰ ਲੱਗਦਾ ਸੀ। ਉਹ ਤਾਂ ਚਾਹੁੰਦੇ ਸੀ ਵੀ ਸਾਹਿਬ ਜੀ ਘਰ ਆਉਣ। ਤੋਂ ਮਾਤਾ ਤ੍ਰਿਪਤਾ ਜੀ ਬੜੀ ਛੇਤੀ ਨਾਲ ਬਿਰਹਾ ਤੁਰ ਹੋਏ, ਉਹ ਰਾਏ ਬੁਲਾਰ ਜੀ ਦੇ ਘਰ ਹੀ ਆ ਗਏ। ਸੁਤ ਰਾਖਨ ਕੋ ਮਨ ਲਲਚਾਈ। ਮਾਤਾ ਜੀ ਦੇ ਮਨ ਵਿੱਚ ਲਾਲਸਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਘਰ ਆ ਜਾਣ, ਮੇਰਾ ਲਾਲ ਘਰ ਆ ਜਾਵੇ। ਕੁੰਡ ਕਰੇ ਮੁਖ ਬੈਠ ਸਮੀਪਾ। ਉਹਨਾਂ ਵੇਲਿਆਂ ਵਿੱਚ ਮਾਤਾਵਾਂ ਭੈਣਾਂ ਜਦੋਂ ਕਿਸੇ ਵੱਡਿਆਂ ਪਾਸ ਜਾਂਦੀਆਂ ਤੇ ਚਿਹਰੇ ਤੇ ਪਰਦਾ ਕਰ ਲੈਂਦੀਆਂ। ਤੋ ਇਹ ਮਰਿਆਦਾ ਰਹੀ ਹੁਣ ਤਾਈਂ, ਪਿੱਛੇ ਤਾਈਂ ਰਹੀ ਪੰਜਾਬ ਦੇ ਵਿੱਚ ਅਕਸਰ। ਅੱਜ ਤੋਂ ਪਿਛਲੇ 20 ਦਹਾਕੇ 2-3 ਦਹਾਕੇ ਪਿੱਛੇ ਚਲੇ ਜਾਈਏ ਤੇ ਇਦਾਂ ਆਮ ਵਰਤਾਰਾ ਮਿਲ ਜਾਂਦਾ ਸੀ ਵੇਖਣ ਨੂੰ। ਪਰ ਗੁਰੂ ਘਰ ਦੇ ਵਿੱਚ ਪਰਦਾ ਪ੍ਰਥਾ ਮਹਾਰਾਜ ਜੀ ਨੇ ਮਨਾ ਕੀਤਾ, ਧੰਨ ਗੁਰੂ ਅਮਰਦਾਸ ਸਾਹਿਬ ਨੇ। ਤੋ ਮਾਤਾ ਜੀ ਉਹ ਪੁਰਾਣੀਆਂ ਜਿਹੜੀਆਂ ਰੀਤੀਆਂ ਸੀ ਉਹਦੇ ਮੁਤਾਬਕ ਚਿਹਰੇ ਤੇ ਇਦਾਂ ਨਾ ਘੁੰਡ ਜਿਹਾ ਕੱਢ ਕੇ, ਰਾਏ ਬੁਲਾਰ ਜੀ ਬਜ਼ੁਰਗ ਸੀ ਨਾ ਨਗਰ ਦੇ, ਉਹਨਾਂ ਦੇ ਸਾਹਮਣੇ ਚੱਲ ਕੇ ਆਏ ਤੇ ਬਿਰਹਾ ਤੁਰ ਹੋਏ ਖੜੇ ਹਨ ਕੋਲ। ਬੋਲੀ ਬਚਨ ਸੰਗ ਅਵਨੀਪਾ। ਰਾਏ ਬੁਲਾਰ ਨੂੰ ਮਾਤਾ ਜੀ ਕਹਿਣ ਲੱਗੇ, ਰਾਏ ਬੁਲਾਰ ਨੂੰ ਸੰਬੋਧਨ ਕਰਕੇ, ਬੰਦ ਹਾਥ ਦ્વੈ ਦੀਨ ਭਵੰਤੀ। ਦੋਵੇਂ ਹੱਥ ਜੋੜ ਕੇ ਮਾਤਾ ਜੀ ਨੇ ਬੜੇ ਦੀਨ ਦੁਖੀ ਹੋ ਕੇ ਬੇਨਤੀ ਕਹੀ, ਸੁਨੋ ਰਾਏ ਜੀ ਮੋਰ ਬਿਨੰਤੀ। ਹੇ ਰਾਏ ਜੀ ਮੇਰੀ ਬੇਨਤੀ ਆਪ ਜੀ ਕਿਰਪਾ ਕਰਕੇ ਸੁਣੋ। ਕਰੋ ਆਪ ਇਹ ਵੱਡੇ ਉਪਕਾਰਾ। ਰਾਏ ਜੀ ਤੁਸੀਂ ਸਾਡੇ ਨਗਰ ਦੇ ਵੱਡੇ ਹੋ ਤੇ ਸਾਡੇ ਤੇ ਉਪਕਾਰ ਕਰੋ, ਮੇਰੇ ਤੇ ਉਪਕਾਰ ਕਰੋ। ਮਮ ਸੁਤ ਕੋ ਕਿਵ ਰੱਖੋ ਅਗਾਰਾ। ਤੁਹਾਡੀ ਗੱਲ ਮੇਰਾ ਪੁੱਤ ਨਾਨਕ ਨਹੀਂ ਮੋੜਦਾ, ਤੁਸੀਂ ਜਿਵੇਂ ਕਿਵੇਂ ਕਰਕੇ ਮੇਰੇ ਪੁੱਤਰ ਨਾਨਕ ਨੂੰ ਘਰ ਰੱਖ ਲਓ। ਅਸ ਪ੍ਰਕਾਰ ਕਹਿ ਕਰ ਗੁਰ ਮਾਤਾ। ਬਸ ਇਹਨੂੰ ਜਾਣ ਨਾ ਦਿਓ, ਮੇਰੇ ਘਰ ਇਹਨੂੰ ਰੱਖ ਲਓ। ਏਦਾਂ ਕਹਿ ਕੇ ਮਾਤਾ ਜੀ ਉਸੇ ਵਕਤ ਰੋਦਤ ਲੋਚਨ ਤੇ ਜਲ ਜਾਤਾ। ਮਾਤਾ ਤ੍ਰਿਪਤਾ ਜੀ ਕੂਕ ਮਾਰ ਕੇ ਰੋ ਪਏ, ਨੇਤਰ ਭਰ ਆਏ। ਮਾਤਾ ਜੀ ਦੇ ਕੋਲੋਂ ਹੁਣ ਬੋਲਿਆ ਨਹੀਂ ਪਿਆ ਜਾਂਦਾ। ਇੱਕ ਮਾਂ ਦੀ ਜਿਹੜੀ ਮਮਤਾ ਹੁੰਦੀ ਆ ਉਹ ਨੇਤਰਾਂ ਦੇ ਵਹਿਣ ਵਿੱਚ ਵਹਿ ਟੁਰੀ। ਸੁਨਤ ਰਾਏ ਕੋ ਗਰ ਭਰ ਆਵਾ। ਮਾਤਾ ਜੀ ਦੀ ਇਹ ਹਾਲਤ ਵੇਖ ਕੇ ਰਾਏ ਬੁਲਾਰ ਦਾ ਵੀ ਗਲਾ ਭਰ ਆਇਆ। ਮਾਤਾ ਜੀ ਦੀ ਇਹ ਹਾਲਤ ਵੇਖ ਕੇ ਉਸ ਵੇਲੇ ਰਾਏ ਬੁਲਾਰ ਜੀ ਦਾ ਵੀ ਗਲਾ ਭਰ ਆਇਆ। ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਵਣੋ ਪੰਖੇਰੂ। ਕਹਿੰਦੇ ਮੈਂ ਰੋਂਦੀ ਨੂੰ ਵੇਖ ਕੇ ਸਾਰਾ ਜੱਗ ਰੋਣ ਲੱਗ ਪਿਆ। ਉਹ ਗੱਲ ਬਣੀ। ਮਾਤਾ ਜੀ ਨੂੰ ਰੁਦਨ ਕਰਦਿਆਂ ਵੇਖ ਕੇ ਰਾਏ ਬੁਲਾਰ ਦੇ ਵੀ ਨੇਤਰ ਭਰ ਆਏ, ਉਹਨਾਂ ਦਾ ਵੀ ਗਲਾ ਭਰ ਆਇਆ। ਤਰ ਧੀਰਜ ਪੁਨ ਬਚਨ ਅਲਾਵਾ। ਮਨ 'ਚ ਧੀਰਜ ਧਾਰਨ ਕਰਕੇ ਮੁਖੋਂ ਬੋਲੇ, ਕਹਿਣ ਲੱਗੇ, ਕਮਲ ਬਦਨ ਗੁਣ ਸਦਨ ਪੁਨੀਤਾ। ਕਹਿਣ ਲੱਗੇ ਕਮਲ ਬਦਨ, ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਕਰਕੇ, ਹੇ ਕਮਲ ਬਦਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ। ਜਾਨ ਤੇ ਆਪ ਸਰਬ ਸ਼ੁਭ ਰੀਤਾ। ਮਹਾਰਾਜ ਜੀ ਤੁਸੀਂ ਸਭ ਕੁਝ ਜਾਣਦੇ ਹੋ। ਉਧਰੋਂ ਰਾਏ ਬੁਲਾਰ ਮਾਤਾ ਜੀ ਨੂੰ ਵੀ ਕਹਿੰਦੇ, ਤ੍ਰਿਪਤਾ ਜੀ ਤੁਸੀਂ ਜਾਣਦੇ ਹੋ ਕਮਲ ਬਦਨ ਗੁਰੂ ਨਾਨਕ ਸਾਹਿਬ ਜੀ ਬਾਰੇ ਚੰਗੀ ਤਰ੍ਹਾਂ। ਤਦ ਪਚਉ ਕਛ ਕਹਿ ਤੁਮ ਸੰਗਾ। ਚਲੋ ਤੁਹਾਡੇ ਕਰਕੇ ਮੈਂ ਬੇਨਤੀ ਕਰਦਾ। ਫਿਰ ਬੋਲੇ, ਹੇ ਕਮਲ ਬਦਨ ਗੁਰੂ ਨਾਨਕ ਸਾਹਿਬ ਤੁਸੀਂ ਸਭ ਕੁਝ ਜਾਣਦੇ ਹੋ, ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਤੁਹਾਨੂੰ ਕੁਝ ਬੇਨਤੀ ਕਰਾਂ। ਰਾਏ ਬੁਲਾਰ ਜੀ ਕਹਿੰਦੇ, ਤੁਹਾਡੀ ਆਗਿਆ ਬਿਨਾਂ ਨਹੀਂ ਮੈਂ ਕਹਿ ਸਕਦਾ। ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਤੁਹਾਨੂੰ ਬੇਨਤੀ ਕਰਾਂ। ਬਿਨ ਰਜਾਏ ਕਿਉਂ ਕਹੋ ਨਿਸੰਗਾ। ਤੁਹਾਡੀ ਆਗਿਆ ਤੋਂ ਬਿਨਾਂ ਮੈਂ ਨਿਸੰਗ ਹੋ ਕੇ ਨਹੀਂ ਕਹਿ ਸਕਦਾ। ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਤੁਹਾਨੂੰ ਬੇਨਤੀ ਕਰਾਂ। ਕਾਲੂ ਲਾਲੂ ਪੁਨ ਚਲ ਆਵਾ। ਇਹ ਗੱਲਾਂ ਹਾਲੇ ਹੋ ਹੀ ਰਹੀਆਂ ਸੀ ਕਿ ਇੰਨੇ ਨੂੰ ਚਾਚਾ ਲਾਲੂ ਜੀ ਔਰ ਪਿਤਾ ਮਹਿਤਾ ਕਾਲੂ ਜੀ ਵੀ ਆ ਗਏ। ਨ੍ਰਿਪ ਟਿਗ ਬੈਠ ਪਰਿਓ ਦੁਖ ਹਾਵਾ। ਉਹ ਵੀ ਹੌਕਾ ਜਿਹਾ ਭਰ ਕੇ ਰਾਏ ਬੁਲਾਰ ਕੋਲ ਆ ਕੇ ਬੈਠ ਗਏ। ਤਬ ਬੋਲੇ
ਸ਼੍ਰੀ ਬਦਨ ਮਯੰਕਾ। ਜਦੋਂ ਰਾਏ ਬੁਲਾਰ ਨੇ ਆਖਿਆ ਨਾ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਬੇਨਤੀ ਕਰਾਂ, ਤੇ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹੋ ਰਾਏ ਜੀ ਹੋਏ ਨਿਸ਼ੰਕਾ। ਮਹਾਰਾਜ ਜੀ ਕਹਿੰਦੇ ਹਾਂ ਰਾਏ ਬੁਲਾਰ ਜੀ, ਕਹੋ ਜੋ ਕਹਿਣਾ, ਜੋ ਤੁਹਾਡੀ ਇੱਛਾ ਹੈ ਉਹ ਕਹੋ, ਸਾਨੂੰ ਸੁਣਾਓ। ਆਇਸ ਦੀਏ ਜਬ ਅਸ ਸੁਖਦਾਨੀ। ਸੁਖਦਾਨੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਗਿਆ ਦਿੱਤੀ, ਰਾਏ ਬੁਲਾਰ ਜੀ ਨੂੰ ਬੋਲਣ ਦੀ ਆਗਿਆ ਦਿੱਤੀ, ਬੋਲਿਓ ਤਬ ਨਰੇਸ਼ ਮੁਖ ਬਾਨੀ। ਉਸ ਵਕਤ ਰਾਏ ਬੁਲਾਰ ਜੀ ਮੁਖੋਂ ਬੋਲੇ, ਕਹਿਣ ਲੱਗੇ, ਕੁੰਡਲੀਆ ਚੰਦ ਨਿਜ ਖੇਤੀ ਕਰਵਾਈਏ, ਕਾਮੇ ਦਿਓ ਰਖਾਏ। ਕਹਿਣ ਲੱਗੇ ਮਹਾਰਾਜ ਮੇਰੀ ਬੇਨਤੀ ਇਹ ਹੈ ਕਿ ਤੁਹਾਡੇ ਖੇਤ ਨੇ ਇੱਥੇ, ਤੁਸੀਂ ਆਪਣੀ ਇੱਥੇ ਰਹਿ ਕੇ ਖੇਤੀ ਕਰਵਾ ਲਓ, ਮੈਂ ਤੁਹਾਨੂੰ ਕਾਮੇ ਰੱਖ ਦਿੰਦਾ, ਬਸ ਤੁਸੀਂ ਕੁਝ ਨਾ ਕਰਿਓ, ਨਾ ਕੋਲੋਂ ਕੰਮ ਕਰਾਈ ਜਾਇਓ। ਤੁਹਾਡੇ ਇੱਥੇ ਖੇਤ ਨੇ, ਤੁਸੀਂ ਇੱਥੇ ਆਪਣੀ ਖੇਤੀ ਕਰਾਓ, ਇਹ ਜਿੰਨੀ ਜ਼ਮੀਨ ਹੈ ਸਭ ਤੁਹਾਡੀ ਹੈ। ਖਾਲਸਾ ਜੀ, ਰਾਏ ਬੁਲਾਰ ਨੇ ਸੈਂਕੜੇ ਮਰਬੇ ਜ਼ਮੀਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਪਟੇ ਵਜੋਂ ਲਿਖ ਦਿੱਤੇ ਵੀ ਇਹ ਸਾਰੀ ਜ਼ਮੀਨ ਗੁਰੂ ਨਾਨਕ ਸਾਹਿਬ ਦੀ ਹੈ, ਜਿਹੜੀ ਅੱਜ ਵੀ ਸਤਿਗੁਰਾਂ ਦੇ ਨਾਂ ਤੇ ਹੀ ਬੋਲਦੀ ਹੈ ਪੁਰਾਣੇ ਰਿਕਾਰਡ ਵਿੱਚ, ਹੁਣ ਵੀ ਵਰਤਮਾਨ ਸਮੇਂ 'ਚ। ਕਹਿਣ ਲੱਗਾ ਮਹਾਰਾਜ ਇਹ ਸਾਰੀ ਖੇਤੀ ਤੁਸੀਂ ਕਰਾਓ ਤੇ ਮੈਂ ਤੁਹਾਨੂੰ ਕੁਝ ਕਾਮੇ ਵੀ ਤੁਹਾਡੇ ਨਾਲ ਰਖਾ ਦਿੰਦਾ। ਨੈ ਹਾਲਾ ਲੇਵੇਂ ਕੱਚ ਸਭੇ ਇਨਾਮ ਕਰਾਏ। ਆਮ ਕਰਕੇ ਖੇਤੀ ਕਰਨ ਵਾਲਿਆਂ ਨੂੰ ਹਾਲਾ ਭਰਨਾ ਪੈਂਦਾ, ਮਾਮਲਾ ਭਰਨਾ ਪੈਂਦਾ, ਤੇ ਤੁਸੀਂ ਜਿੰਨੀ ਖੇਤੀ ਕਰੋਗੇ ਉਹਦਾ ਕੋਈ ਹਾਲਾ ਨਹੀਂ ਹੋਵੇਗਾ, ਉਹ ਸਭ ਇਨਾਮ ਵਜੋਂ ਤੁਹਾਡੇ ਕੋਲ ਹੀ ਰਹੇਗਾ, ਤੁਸੀਂ ਖਾਓ, ਤੁਸੀਂ ਖਰਚੋ। ਸਭੇ ਇਨਾਮ ਕਰਾਏ ਸਦਨ ਨਿਜ ਰੋ ਦੁੱਖ ਕਦਨਾ। ਇਹ ਦੁੱਖਾਂ ਦੇ ਨਾਸ ਕਰਨ ਵਾਲੇ ਸਤਿਗੁਰੂ, ਇਹ ਸਾਰੀ ਫਸਲ ਮੈਂ ਤੁਹਾਡੇ, ਸਾਰੀ ਜ਼ਮੀਨ ਮੈਂ ਤੁਹਾਡੇ ਨਾਂ ਕਰ ਦਿੰਦਾ, ਤੁਸੀਂ ਇਹਦੇ ਮਾਲਕ ਹੋਵੋਗੇ। ਪਰ ਮੇਰੀ ਬੇਨਤੀ ਹੈ ਵੀ ਆਪਣੀ ਮਾਤਾ ਜੀ ਦੇ ਵੱਲ ਵੇਖੋ, ਸਾਡੇ ਵੱਲ ਵੇਖੋ, ਤੇ ਆਪ ਜੀ ਕਿਰਪਾ ਕਰਕੇ ਆਪ ਨੂੰ ਕਹਿੰਦੇ ਆ ਗਰੀਬੀ ਕੇਵਲ ਕੋਈ ਬਹੁਤ ਵੱਡੀ ਪਦਵੀ ਦੇ ਉੱਤੇ ਪਹੁੰਚਿਆ ਹੋਵੇ, ਜਿਹਦੇ ਕੋਲ ਬਹੁਤ ਸਾਰਾ ਧਨ ਹੋਵੇ, ਪਰ ਉਹਦੇ ਹਿਰਦੇ 'ਚ ਵਿਨਿਮਰਤਾ ਹੈ, ਹਲੀਮੀ ਹੈ, ਤਾਂ ਉਹਦੇ ਕੋਲ ਵੀ ਗਰੀਬੀ ਹੈ। ਗਰੀਬੀ ਦਾ ਮਤਲਬ ਹਲੀਮੀ, ਨਿਰਮਾਣਤਾ। ਕਈ ਵਾਰ ਕਿਹੜਾ ਧਨ ਕਰਕੇ ਕੋਈ ਗਰੀਬ ਹੋਵੇ ਪਰ ਉਹ ਹੈਂਕੜ ਵਿੱਚ ਹੁੰਦਾ, ਉਹ ਫਿਰ ਵੀ ਗਰੀਬ ਨਹੀਂ। ਧਨ ਕਰਕੇ ਅਮੀਰ ਹੋਵੇ ਪਰ ਹਿਰਦੇ 'ਚ ਹਲੀਮੀ ਹੋਵੇ, ਉਹ ਫਿਰ ਵੀ ਗਰੀਬ ਹੈ। ਇੱਥੇ ਗਰੀਬੀ ਦਾ ਮਤਲਬ ਹੈ ਨਿਮਰਤਾ, ਹਲੀਮੀ। ਰੱਖ ਗਰੀਬੀ ਵੇਸ, ਵੀ ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿਣਾ, ਇਹਨੂੰ ਕਹਿੰਦੇ ਨੇ ਗਰੀਬੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿਣਾ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦਾ ਇੱਕ ਸੇਵਕ ਸੀ, ਭਾਈ ਮਾਧੋ। ਸਤਿਗੁਰਾਂ ਉਹਦੀ ਡਿਊਟੀ ਲਾਈ, ਜਾ ਕਸ਼ਮੀਰ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਗਏ ਤੇ ਰਸਤੇ 'ਚ ਇੱਕ ਪਿੰਡ ਆਇਆ, ਸ਼ਹਿਰ ਆਇਆ, ਉਸ ਸ਼ਹਿਰ ਦਾ ਨਾਮ ਸੀ ਦੌਲਾਂ ਦੀ ਗੁਜਰਾਤ। ਪਾਕਿਸਤਾਨ ਦੇ ਵਿੱਚ ਉਹ ਨਗਰ ਹੈ ਗੁਜਰਾਤ। ਗੁਜਰਾਤ ਨਗਰ ਦਾ ਰਹਿਣ ਵਾਲਾ ਇੱਕ ਮੁਸਲਮਾਨ ਫਕੀਰ ਸੀ, ਮੀਆਂ ਦੌਲਾ। ਪਤਾ ਲੱਗਾ ਕਿ ਗੁਰੂ ਨਾਨਕ ਦੇ ਘਰ ਦਾ ਬੜਾ ਵੱਡਾ ਪ੍ਰਸਿੱਧ ਪ੍ਰਚਾਰਕ ਅੱਜ ਸਾਡੇ ਨਗਰ ਆਇਆ। ਭਾਵਨਾ ਸੀ ਉਹ ਸੁਖਮਣੀ ਸਾਹਿਬ ਦਾ ਪਾਠ ਕਰਦਾ ਸੀ, ਵੀ ਅੱਜ ਉਹਦੇ ਕੋਲੋਂ ਸੁਖਮਣੀ ਸਾਹਿਬ ਦੀ ਵਿਚਾਰ ਸੁਣੀਏ। ਵੀ ਕੋਈ ਪੰਕਤੀਆਂ ਨਹੀਂ ਸੀ ਉਹਦੇ ਅਰਥਾਂ ਦਾ ਪਤਾ ਲੱਗਦਾ, ਵੀ ਉਹਨਾਂ ਕੋਲੋਂ ਸੁਣਾਂਗੇ। ਮੀਆਂ ਦੌਲਾ ਜੀ ਆਏ, ਭਾਈ ਮਾਧੋ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਨਮਸਕਾਰ ਹੈ ਆਪ ਜੀ ਨੂੰ, ਤੁਸੀਂ ਆਏ ਹੋ ਸਾਡੇ ਨਗਰ ਗੁਜਰਾਤ, ਜਿਉ ਆਇਆ। ਸੁਖਮਣੀ ਸਾਹਿਬ ਦੀਆਂ ਮੈਂ ਬਾਣੀ ਦਾ ਜਾਪ ਕਰਦਾ, ਪੰਕਤੀਆਂ ਕੁਝ ਮੈਨੂੰ ਨਹੀਂ ਸਮਝ ਆਉਂਦੀਆਂ, ਆਪ ਜੀ ਕਿਰਪਾ ਕਰਕੇ ਸਮਝਾਓ। ਭਾਈ ਮਾਧੋ ਸਾਰੀ ਰਾਤ ਲੰਘ ਗਈ, ਕਥਾ ਹੀ ਕਰਦੇ ਰਹੇ। ਹਰੀ ਜਸ ਹੁੰਦਿਆਂ ਰਾਤ ਬੀਤ ਗਈ। ਅਗਲਾ ਦਿਨ ਚੜ੍ਹਿਆ ਤੇ ਮੀਆਂ ਦੌਲਾ ਜੀ
ਭਾਈ ਮਾਧੋ ਜੀ ਨੂੰ ਵਿਦਾ ਕਰਨ ਗਏ, ਵੀ ਉਹਨਾਂ ਨੇ ਅੱਗੇ ਜਾਣਾ ਸੀ ਕਸ਼ਮੀਰ ਨੂੰ। ਤੁਰੇ ਜਾਣ ਤੇ ਰੇਤਲੀ ਜਗ੍ਹਾ ਸੀ ਕੋਈ ਕੱਚੀ, ਤੇ ਉੱਥੇ ਭਾਈ ਮਾਧੋ ਜੀ ਦੇ ਚਰਨਾਂ ਦੇ ਵਿੱਚ ਪਾਈ ਜੁੱਤੀ ਦੇ ਨਿਗਾਹ ਗਈ, ਵੀ ਜੁੱਤੀ ਦਾ ਜਿਹੜਾ ਥੱਲੜਾ ਤਲਾ ਸੀ ਉਹ ਟੁੱਟਿਆ ਹੋਇਆ, ਤੇ ਜਦੋਂ ਟੁਰਨ ਉਹਦੇ ਨਾਲ ਖੜੱਪ ਖੜੱਪ ਕਰਕੇ ਮਿੱਟੀ ਉੱਡੇ। ਮੀਆਂ ਦੌਲਾ ਦੇ ਮਨ 'ਚ ਖਿਆਲ ਆਇਆ ਵੀ ਗੁਰੂ ਕਾ ਸਿੱਖ ਏਡਾ ਵੱਡਾ ਪ੍ਰਚਾਰਕ ਤੇ ਇਹੋ ਜਿਹੀ ਜੁੱਤੀ ਪਾ ਕੇ ਜਾਵੇ ਟੁੱਟੀ, ਤੇ ਚੰਗੀ ਨਹੀਂ ਗੱਲ, ਵੀ ਮੈਂ ਇਹਨੂੰ ਕੋਈ ਕਰਾਮਾਤ ਅਜਮਤ ਦੇ ਦਿਆਂ। ਮੀਆਂ ਦੌਲਾ ਕਰਾਮਾਤੀ ਸੀ, ਤੇ ਘਟੋ ਘੱਟ ਆਪਣੀਆਂ ਲੋੜਾਂ ਪੂਰੀਆਂ ਕਰ ਲਿਆ ਕਰੇਗਾ। ਭਾਈ ਮਾਧੋ ਦੇ ਮਨ 'ਚ ਵਿਚਾਰ ਆਈ ਵੀ ਮੀਆਂ ਦੌਲਾ ਇਹ ਸੋਚੀ ਜਾਂਦਾ ਵੀ ਗੁਰੂ ਕਾ ਸਿੱਖ ਅਜਮਤੋਂ ਖਾਲੀ ਹੈ। ਗੱਲ ਹੁਣ ਮੇਰੀ ਨਹੀਂ ਰਹੀ, ਗੱਲ ਗੁਰੂ ਅਰਜਨ ਸਾਹਿਬ ਤੇ ਜਾ ਪਈ ਹੈ। ਹੁਣ ਇਹਨੂੰ ਕੁਝ ਨਾ ਕੁਝ ਵਿਖਾਣਾ ਪੈਣਾ। ਨਿਗਾਹ ਮਾਰੀ, ਜਿੰਨੀ ਆਲੇ ਦੁਆਲੇ ਧਰਤੀ ਸੀ ਸਾਰੀ ਸੋਨੇ ਦੀ ਕਰ ਦਿੱਤੀ। ਦੌਲਾ ਨੇ ਵੇਖਿਆ ਤੇ ਵੇਖ ਕੇ ਇੱਕਦਮ ਦੰਗ ਹੋ ਗਿਆ। ਆਖਿਆ ਜੇ ਏਡੀ ਵੱਡੀ ਅਜਮਤ ਦਾ ਮਾਲਕ ਜੇ ਤੇ ਪੈਰ 'ਚ ਜੁੱਤੀ ਟੁੱਟੀ ਪਾਈ ਹੋਈ ਹੈ। ਆਖਿਆ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿਣਾ। ਮੈਂ ਤੈਨੂੰ ਇਹ ਵਿਖਾਣੀ ਨਹੀਂ ਸੀ ਕਲਾ, ਪਰ ਇਸ ਕਰਕੇ ਵਿਖਾਈ ਵੀ ਕਿਤੇ ਤੂੰ ਇਹ ਨਾ ਸੋਚੇ ਕਿ ਗੁਰੂ ਕੇ ਸਿੱਖ ਖਾਲੀ ਟੁਰੇ ਫਿਰਦੇ ਆ। ਇਹ ਆ ਗਰੀਬੀ ਵੇਸ, ਤਾਣ ਦੇ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿਣਾ। ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਏਦਾਂ ਦੀ ਬਿਰਤੀ। ਮਹਾਰਾਜ ਜੀ ਕਹਿੰਦੇ ਰੱਖ ਗਰੀਬੀ ਵੇਸ, ਨਿਮਰਤਾ ਦਾ ਵੇਸ। ਇਹ ਨਿਮਰਤਾ ਤੇ ਹਲੀਮੀ ਧਾਰਨ ਕਰਨੀ, ਇਸ ਫਸਲ ਦੀ ਰਖਵਾਲੀ ਕਰਨ ਵਾਸਤੇ ਵਾੜ ਲਾਈ ਹੋਈ ਹੈ। ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ। ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ। ਕਹਿੰਦੇ ਗਰੀਬੀ ਭਾਵ ਹਿਰਦੇ 'ਚ ਧਾਰਨ ਕਰਨਾ, ਨਿਮਰਤਾ ਤੇ ਹਲੀਮੀ ਸਹਿਤ ਰਹਿਣਾ, ਇਸ ਫਸਲ ਨੂੰ ਆਲੇ ਦੁਆਲੇ ਵਾੜ ਲਾਈ ਹੋਈ ਹੈ। ਪਾਉ ਕਰਮ ਕਰ ਜਮ ਸੀ, ਸੇ ਕਰ ਭਾਗਠ ਦੇਖ। ਕਹਿੰਦੇ ਫਿਰ ਇਹ ਫਸਲ ਜੰਮਣੀ ਕਿਵੇਂ ਹੈ? ਜਿਹੜਾ ਬੀਜ ਬੀਜਿਆ ਜੰਮੇਗਾ ਕਿਵੇਂ, ਉੱਗੇਗਾ ਕਿਵੇਂ? ਕਹਿੰਦੇ ਭਾਉ ਕਰਮ ਕਰ ਜਮ ਸੀ। ਕਹਿੰਦੇ ਜਿਹੜੇ ਕਰਮ ਗੁਰੂ ਸਾਹਿਬ ਨੇ ਕਹੇ ਨੇ ਪ੍ਰੇਮ ਨਾਲ ਕਰਨੇ, ਜਿਹੜਾ ਕੰਮ ਗੁਰੂ ਨੇ ਕਿਹਾ ਉਹਨਾਂ ਨੂੰ ਪ੍ਰੇਮ ਨਾਲ ਕਰਨਾ। ਅੰਮ੍ਰਿਤ ਵੇਲੇ ਉੱਠਣਾ ਪ੍ਰੇਮ ਨਾਲ, ਬਾਣੀ ਪੜ੍ਹਨੀ ਪ੍ਰੇਮ ਨਾਲ, ਗੁਰੂ ਕੇ ਦਰਸ਼ਨ ਕਰਨੇ ਪ੍ਰੇਮ ਨਾਲ, ਕਥਾ ਸੁਣਨੀ ਪ੍ਰੇਮ ਨਾਲ, ਕੀਰਤਨ ਸੁਣਨਾ ਪ੍ਰੇਮ ਨਾਲ, ਭਲਾ ਕਰਨਾ, ਲੰਗਰ 'ਚ ਸੇਵਾ ਕਰਨੀ, ਜੋੜੇ ਝਾੜਨੇ, ਬਰਤਨ ਮਾਂਜਣੇ, ਜਿੰਨੀਆਂ ਵੀ ਸੇਵਾਵਾਂ ਜਿਹੜੇ ਜਿਹੜੇ ਗੁਰੂ ਦੇ ਦਿੱਤੇ ਕਰਮ ਨੇ ਉਹਨਾਂ ਨੂੰ ਪ੍ਰੇਮ ਨਾਲ ਕਰਨਾ। ਏਦਾਂ ਇਹ ਫਸਲ ਜੰਮਦੀ ਹੈ, ਏਦਾਂ ਇਹ ਬੀਜ ਉਗਦਾ। ਭਾਉ ਕਰਮ ਕਰ ਜੰਮ ਸੀ, ਪ੍ਰੇਮ ਸਹਿਤ। ਇਹ ਨਹੀਂ ਵੀ ਥਾਲ ਮਾਰੇ ਵਗਾ ਵਗਾ ਕੇ ਦੂਰ ਤਾਈਂ, ਵੀ ਮਹੀਨੇ ਕੁ ਦੇ ਵਿੱਚ ਲਿਆਂਦੇ ਨਵੇਂ ਥਾਲ ਐਨ ਚਿੱਬ ਖੜਬੇ ਜਿਹੇ ਹੋ ਜਾਣ, ਵੀ ਪਤਾ ਨਾ ਲੱਗੇ ਵੀ ਇਹ ਥਾਲ ਨਵੇਂ ਆਏ ਸੀ। ਆਖੇ ਜੀ ਸੇਵਾ ਕਰ ਰਹੇ ਸੀ। ਉਹ ਸੇਵਾ ਕਿਵੇਂ ਵੀ ਇੱਕ ਕੰਮ ਸਵਾਰਦਿਆਂ ਦੂਜਾ ਨਾਲ ਵਿਗਾੜੀ ਜਾਣਾ, ਯੋਗ ਨਹੀਂ। ਸੇਵਾ ਭਾਵ ਇਸ ਤਰ੍ਹਾਂ ਪ੍ਰੇਮ ਸਹਿਤ ਕੋਈ ਵੀ ਕੰਮ ਕਰਨਾ, ਨੂੰ ਗੁਰੂ ਸਾਹਿਬ ਦੀ ਸੇਵਾ ਦਾ ਕੋਈ ਵੀ ਕਰਮ ਕਰਨਾ ਪ੍ਰੇਮ ਸਹਿਤ। ਏਦਾਂ ਇਹ ਬੀਜ ਉਗਦਾ। ਭਾਉ ਕਰਮ ਕਰ ਜੰਮ ਸੀ,
ਤੇ ਜਿਨ੍ਹਾਂ ਦੇ ਘਰ 'ਚ ਫਸਲ ਆਉਂਦੀ ਆ ਬਈ, ਆਹ ਫਸਲ ਜਿਨ੍ਹਾਂ ਦੇ ਘਰ ਵਿੱਚ ਆ ਗਈ, ਪਾਤਸ਼ਾਹ ਕਹਿੰਦੇ ਸੇ ਘਰ ਭਾਗਠ ਦੇਖ। ਕਹਿੰਦੇ ਉਹ ਘਰ ਸ਼ਾਹੂਕਾਰਾਂ ਦੇ ਘਰ ਨੇ। ਭਾਗਠ ਕਹਿੰਦੇ ਸ਼ਾਹੂਕਾਰ ਨੂੰ, ਸੇਠ ਕਹਿੰਦੇ ਉਹ ਸੇਠਾਂ ਦੇ ਘਰ ਨੇ, ਸੇਠਾਂ ਦੇ ਸ਼ਾਹੂਕਾਰਾਂ ਦੇ ਘਰ ਨੇ, ਜਿਨ੍ਹਾਂ ਦੇ ਘਰ 'ਚ ਇਹੋ ਜਿਹੀ ਫਸਲ ਆਉਂਦੀ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ 'ਚ ਉਹ ਸ਼ਾਹੂਕਾਰ ਨਹੀਂ ਜਿਨ੍ਹਾਂ ਕੋਲ ਮਾਇਆ ਦੇ ਛਿੱਲੜ ਨੇ ਚਾਰ। ਗੁਰੂ ਸਾਹਿਬ ਦੀ ਦ੍ਰਿਸ਼ਟੀ 'ਚ ਉਹ ਸ਼ਾਹੂਕਾਰ ਹੈ ਜਿਹਦੇ ਘਰ ਵਿੱਚ ਆਹ ਫਸਲ ਆਉਂਦੀ ਜਿਹੜੀ ਸਤਿਗੁਰਾਂ ਨੇ ਦੱਸੀ ਹੈ। ਸੇ ਘਰ ਭਾਗਠ ਦੇਖ, ਇਹ ਸ਼ਾਹੂਕਾਰਾਂ ਦੇ ਘਰ ਨੇ। ਇਹ ਭਾਗ ਠੜੇ ਦਾ ਮਤਲਬ ਹੁੰਦਾ ਸ਼ਾਹੂਕਾਰ। ਉਹ ਸ਼ਾਹੂਕਾਰਾਂ ਦੇ ਘਰ ਵੇਖੇ ਜਾਂਦੇ ਹਨ। ਬਾਬਾ ਮਾਇਆ ਸਾਥ ਨਾ ਹੋਏ। ਮਹਾਰਾਜ ਜੀ ਕਹਿੰਦੇ ਬਾਬਾ ਜਿਹੜੀ ਮਾਇਆ ਦੀ ਗੱਲ ਤੁਸੀਂ ਕਹਿੰਦੇ ਹੋ ਸੰਸਾਰ ਦੀ, ਇਹ ਸਾਥ ਨਹੀਂ ਹੋਣੀ, ਇਹ ਸਦਾ ਨਾਲ ਨਹੀਂ ਨਿਭਣੀ। ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਰਹਾਉ ਦੀਆਂ ਇਹ ਪੰਕਤੀਆਂ 'ਚ ਗੁਰਦੇਵ ਬਚਨ ਕਰਦੇ ਕਿ ਇਹ ਮਾਇਆ ਨੇ ਸਾਰੇ ਜਗ ਨੂੰ ਮੋਹਿਆ ਹੋਇਆ ਹੈ। ਕੋਈ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ ਹੈ, ਕੋਈ ਵਿਰਲਾ ਇਸ ਨੂੰ ਬੁੱਝਦਾ ਹੈ। ਕੋਲੋਂ ਪਿਤਾ ਜੀ ਬੋਲੇ, ਲਾਲ ਜੀ ਨਹੀਂ ਕਰਨੀ ਖੇਤੀ ਨਾ ਕਰੋ। ਚਾਚਾ ਲਾਲੂ ਜੀ ਕਹਿੰਦੇ ਫਿਰ ਇਦਾਂ ਕਰੋ ਵੀ ਇੱਥੇ ਦੁਕਾਨ ਕਰ ਲਓ, ਹੱਟ ਦਾ ਕੰਮ ਕਰ ਲਓ, ਜਿਵੇਂ ਸੁਲਤਾਨਪੁਰ ਸਾਹਿਬ ਕੀਤਾ ਸੀ। ਤੇ ਮੇਰੇ ਸਾਹਿਬ ਜੀ ਕਹਿੰਦੇ ਸਾਡੀ ਤਾਂ ਦੁਕਾਨ ਵੀ ਬੜੀ ਵਧੀਆ ਚੱਲਦੀ ਹੈ ਚਾਚਾ ਜੀ। ਉਹ ਦੁਕਾਨ ਦਾ ਪ੍ਰਕਾਰ ਦੱਸਦੇ ਆ। ਸ਼ਬਦ ਦੇ 3 ਬੰਦ ਹੋਰ ਨੇ ਅੱਗੇ, ਉਹ ਆਪਾਂ ਅਗਲਿਆਂ ਪ੍ਰਸੰਗਾਂ 'ਚ ਗੁਰੂ ਸਾਹਿਬ ਦੀ ਦਇਆ ਮਾਇਆ ਨਾਲ ਵਿਚਾਰਾਂਗੇ। ਗੁਰਦੇਵ ਦੀ ਬਾਣੀ, ਸਤਿਗੁਰਾਂ ਦਾ ਇਤਿਹਾਸ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ। 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 ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ। ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਤ। ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ